ਡਾਕਟਰ ਸਰੂਪ ਸਿੰਘ ਮਰਵਾ ਦੀ ਪੁਸਤਕ ਚਿੰਤਾ ਰੋਗ ਕਾਰਨ ਤੇ ਉਪਾਅ ਦਾ ਅਗਲਾ ਹਿੱਸਾ ਹੈ ਤਰੰਗੀ ਅਸਥਿਰਤਾ। ਤਰੰਗੀ ਅਸਥਿਰਤਾ ਪੈਦਾ ਹੋਣ ਦੇ ਕਈ ਕਾਰਨ ਹੈ। ਇਹਦੇ ਪੈਦਾ ਹੋਣ 'ਚ ਹੇਠ ਲਿਖੇ ਵਾਤਾਵਰਨ ਕਾਫੀ ਪ੍ਰਭਾਵ ਪਾਉਂਦੇ ਹੈ। ਘਰ ਦਾ ਪ੍ਰਭਾਵ ਤਰੰਗੀ ਅਸਥਿਰਤਾ ਪੈਦਾ ਕਰਨ 'ਚ ਘਰੇਲੂ ਵਾਤਾਵਰਨ ਦਾ ਬਹੁਤ ਹਿੱਸਾ ਹੁੰਦਾ ਹੈ। ਮਾਤਾ ਪਿਤਾ ਦੀਆਂ ਆਦਤਾਂ ਦਾ ਉਹਨਾਂ ਦੇ ਬੱਚਿਆਂ ਦੇ ਜੀਵਨ 'ਤੇ ਬਹੁਤ ਅਸਰ ਪੈਂਦਾ ਹੈ। ਜੇ ਮਾਤਾ ਪਿਤਾ ਅਹਿਸਾਸੀ ਮਤਲਬ ਸੈਂਸਿਟਿਵ ਅਤੇ ਤਰੰਗੀ ਇਮੋਸ਼ਨਲ ਹੋਣ ਤਾਂ ਉਹਨਾਂ ਦੇ ਬੱਚੇ ਵੀ ਅੱਗੋਂ ਅਹਿਸਾਸੀ ਅਤੇ ਤਰੰਗੀ ਬਣ ਜਾਂਦੇ ਹੈ। ਪਰ ਜੇ ਮਾਤਾ ਪਿਤਾ 'ਚ ਪ੍ਰੇਮ ਪਿਆਰ ਸ਼ਾਂਤੀ ਸਬਰ ਸੰਤੋਖ ਅਤੇ ਖੁਸ਼ੀ ਦੀਆਂ ਰੁਚੀਆਂ ਹੋਣ ਤਾਂ ਆਮ ਤੌਰ 'ਤੇ ਉਹਨਾਂ ਦੇ ਬੱਚਿਆਂ ਦਾ ਸੁਭਾਅ ਵੀ ਅਜਿਹਾ ਹੀ ਬਣ ਜਾਂਦਾ ਹੈ। ਸਾਡੇ ਦੇਸ਼ ਦੀ ਇੱਕ ਕਹਾਵਤ ਹੈ, ਪੁੱਤ ਪਿਓ ਅਤੇ ਧੀ ਮਾਂ 'ਤੇ। ਬੱਚੇ ਆਮ ਤੌਰ 'ਤੇ ਆਪਣੇ ਮਾਤਾ ਪਿਤਾ ਦੀ ਹੀ ਨਕਲ ਕਰਦੇ ਹਨ। ਜੋ ਕੁਝ ਉਹ ਆਪਣੇ ਮਾਤਾ ਪਿਤਾ ਨੂੰ ਕਰਦੇ ਵੇਖਦੇ ਹੈ ਸੁਣਦੇ ਹੈ ਉਹ ਕੁਝ ਹੀ ਉਹ ਕਰਨਾ ਚਾਹੁੰਦੇ ਹੈ ਅਤੇ ਕਰਨ ਲੱਗ ਪੈਂਦੇ ਹੈ। ਇਹਦਾ ਕਾਰਨ ਇਹ ਹੈ ਕਿ ਜੋ ਕੁਝ ਉਹਨਾਂ ਦੇ ਮਾਤਾ ਪਿਤਾ ਕਰਦੇ ਹੈ ਉਹਨੂੰ ਹੀ ਉਹ ਠੀਕ ਅਤੇ ਚੰਗਾ ਸਮਝਦੇ ਹੈ। ਬੱਚੇ ਆਪ ਭਾਵੇਂ ਨਿੱਕੇ ਹੁੰਦੇ ਹੈ ਪਰ ਉਹਨਾਂ ਦੇ ਕੰਨ ਬੜੇ ਵੱਡੇ ਹੁੰਦੇ ਆ ਅਤੇ ਹਰ ਗੱਲ ਨੂੰ ਇਹ ਝੱਟ ਸੁਣਦੇ ਅਤੇ ਸਮਝਦੇ ਹੈ। ਪੰਜਾਬੀ ਦਾ ਇੱਕ ਹੋਰ ਅਖਾਣ ਹੈ, ਬੱਲੇ ਦਾ ਬੱਲਾ ਨਾ ਹੋਵੇ ਤਾਂ ਮੱਥੇ ਫੁੱਲੀ ਜ਼ਰੂਰ ਹੋ। ਮਿੱਤਰਾਂ ਦਾ ਪ੍ਰਭਾਵ ਜਿਹੜੇ ਲੋਕ ਸਾਡੇ ਇਰਦ ਗਿਰਦ ਰਹਿੰਦੇ ਹੈ ਉਹਨਾਂ ਦਾ ਵੀ ਸਾਡੇ ਜੀਵਨ 'ਤੇ ਬਹੁਤ ਸਾਰਾ ਪ੍ਰਭਾਵ ਪੈਂਦਾ ਹੈ। ਜਿਸ ਤਰ੍ਹਾਂ ਸਾਡੇ ਰਿਸ਼ਤੇਦਾਰ ਯਾਰ ਦੋਸਤ ਜਿਨ੍ਹਾਂ ਨਾਲ ਕਿ ਅਸੀਂ ਸਾਰਾ ਦਿਨ ਉੱਠਦੇ ਬੈਠਦੇ ਖੇਡਦੇ ਅਤੇ ਕਈ ਵਾਰ ਲੜਦੇ ਝਗੜਦੇ ਵੀ ਹਾਂ। ਸਾਡੇ ਆਂਢੀ ਗੁਆਂਢੀ ਵੀ ਸਾਡੇ 'ਤੇ ਕਾਫੀ ਪ੍ਰਭਾਵ ਪਾਉਂਦੇ ਹੈ। ਇਹਨਾਂ 'ਚੋਂ ਬਹੁਤੇ ਲੋਕ ਤਰੰਗੀ ਅਸਥਿਰਤਾ ਦੇ ਹੁੰਦੇ ਹੈ, ਇਸ ਲਈ ਸਾਡੇ ਜੀਵਨ ਉੱਤੇ ਵੀ ਉਹ ਭੈੜਾ ਅਸਰ ਹੀ ਪਾਉਂਦੇ ਹੈ। ਅੰਗਰੇਜ਼ੀ ਦੀ ਕਹਾਵਤ ਹੈ, ਟੈਲ ਮੀ ਹੂ ਆਰ ਯੋਰ ਫਰੈਂਡਸ ਐਂਡ ਆਈਲ ਟੈਲ ਹੂ ਆਰ ਯੂ। ਮੈਨੂੰ ਦੱਸੋ ਤੁਹਾਡੇ ਮਿੱਤਰ ਕੌਣ ਹੈ ਅਤੇ ਮੈਂ ਤੁਹਾਨੂੰ ਦੱਸ ਦੇਵਾਂਗਾ ਤੁਸੀਂ ਕੀ ਹੋ। ਇਸ ਅਖੌਤ ਦਾ ਅਰਥ ਹੈ ਕਿ ਇੱਕੋ ਜਿਹੇ ਜਾਨਵਰ ਇਕੱਠੇ ਉਡਾਰੀ ਲਾਉਂਦੇ ਹੈ, ਕਬੂਤਰਾਂ ਨਾਲ ਅਤੇ ਬਾਜ਼ਾਂ ਨਾਲ। ਇਹ ਸ਼ੇਖ ਸਾਦੀ ਦੀ ਇੱਕ ਫਾਰਸੀ ਦਾ ਸ਼ੇਅਰ ਹੈ। ਦੂਜੇ ਲੋਕਾਂ 'ਚ ਜੋ ਔਗਣ ਹੁੰਦੇ ਹੈ ਉਹ ਅਸੀਂ ਬਹੁਤ ਜਲਦੀ ਅਪਣਾ ਲੈਂਦੇ ਹਾਂ। ਔਗਣ ਛੂਤ ਦੀ ਬਿਮਾਰੀ ਦੇ ਸਮਾਨ ਹੁੰਦੇ ਹੈ। ਇਹ ਇੱਕ ਤੋਂ ਦੂਜੇ ਨੂੰ ਬਹੁਤ ਜਲਦੀ ਜਾ ਲੱਗਦੇ ਹੈ, ਪਰ ਲੋਕਾਂ 'ਚ ਜੋ ਚੰਗੇ ਗੁਣ ਹੁੰਦੇ ਹੈ ਉਹਨਾਂ ਦਾ ਪ੍ਰਭਾਵ ਸਾਡੇ ਉੱਤੇ ਦੇਰ ਨਾਲ ਪੈਂਦਾ ਹੈ। ਤੀਸਰਾ, ਸਕੂਲਾਂ ਅਤੇ ਕਾਲਜਾਂ ਦਾ ਪ੍ਰਭਾਵ। ਸਕੂਲਾਂ ਅਤੇ ਕਾਲਜਾਂ ਦੀ ਤਾਲੀਮ ਦਾ ਵੀ ਸਾਡੇ ਜੀਵਨ 'ਤੇ ਬਹੁਤ ਅਸਰ ਹੁੰਦਾ ਹੈ। ਇਹਨਾਂ 'ਚ ਸਾਨੂੰ ਕੇਵਲ ਆਮ ਵਿੱਦਿਆ ਹੀ ਮਿਲਦੀ ਹੈ। ਤਰੰਗੀ ਸਥਿਰਤਾ ਬਾਰੇ ਵਿੱਦਿਆ ਦੇਣ ਦਾ ਇਹਨਾਂ 'ਚ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸਕੂਲਾਂ ਅਤੇ ਕਾਲਜਾਂ ਦੀ ਤਾਲੀਮ ਦਾ ਅਸਲ ਮੰਤਵ ਲੋਕਾਂ ਦੇ ਜੀਵਨ ਨੂੰ ਉੱਚਾ ਅਤੇ ਆਨੰਦਮਈ ਬਣਾਉਣਾ ਹੋਣਾ ਚਾਹੀਦਾ ਹੈ। ਅਧਿਆਪਕਾਂ ਦੇ ਜੀਵਨ ਦਾ ਵਿਦਿਆਰਥੀਆਂ ਦੇ ਜੀਵਨ 'ਤੇ ਕਾਫੀ ਅਸਰ ਪੈਂਦਾ ਹੈ। ਸ਼ਾਂਤ ਅਤੇ ਹਸਮੁਖ ਸੁਭਾਅ ਦੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਦਾ ਚੜ੍ਹਦੀ ਕਲਾ 'ਚ ਰਹਿਣਾ ਅਤੇ ਆਨੰਦਮਈ ਜੀਵਨ ਬਤੀਤ ਕਰਨਾ ਸਿਖਾ ਸਕਦੇ ਹਨ। ਇਸ ਲਈ ਬੱਚਿਆਂ ਦੇ ਜੀਵਨ ਨੂੰ ਪ੍ਰਸੰਨ ਅਤੇ ਭਰਪੂਰ ਬਣਾਉਣ ਵਾਸਤੇ ਇਹ ਗੱਲ ਜ਼ਰੂਰੀ ਹੈ ਕਿ ਉਹਨਾਂ ਦੇ ਅਧਿਆਪਕ ਵੀ ਖੁਸ਼ ਦਿਲ ਅਤੇ ਹਸਮੁਖ ਹੋਣ। ਡਾਕਟਰ ਓਲੀਵਰ ਵੈਂਡਲ ਹੋਮਜ਼ ਆਪਣੀ ਕਿਤਾਬ ਵਿੱਚ ਲਿਖਦੇ ਹੈ ਕਿ ਜਦ ਤੁਸੀਂ ਕਿਸੇ ਨੂੰ ਆਪਣਾ ਫੈਮਿਲੀ ਡਾਕਟਰ ਬਣਾਓ ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਉਹ ਖੁਸ਼ ਦਿਲ ਹਸਮੁਖ ਅਤੇ ਸ਼ਾਂਤ ਸੁਭਾਅ ਦਾ ਹੋਵੇ। ਤਾਲੀਮ ਦਾ ਮੰਤਵ ਕੇਵਲ ਇਹ ਨਹੀਂ ਕਿ ਪੜ੍ਹ ਲਿਖ ਕੇ ਅਸੀਂ ਬੜੇ ਧਨਾੜ ਆਦਮੀ ਬਣ ਜਾਈਏ। ਇਹਦਾ ਮਕਸਦ ਇਹ ਵੀ ਹੈ ਕਿ ਅਸੀਂ ਇਸ ਯੋਗ ਹੋ ਜਾਈਏ ਕਿ ਆਪਣੇ ਆਪ ਨੂੰ ਆਪਣੇ ਵਾਤਾਵਰਨ ਦੇ ਅਨੁਸਾਰ ਢਾਲ ਕੇ ਪ੍ਰਸੰਨ ਰਸ ਭਰਿਆ ਅਰੋਗ ਅਤੇ ਲੰਬਾ ਜੀਵਨ ਬਤੀਤ ਕਰੀਏ। ਧਰਮ ਦਾ ਪ੍ਰਭਾਵ। ਠੀਕ ਢੰਗ ਦੀ ਧਾਰਮਿਕ ਸਿੱਖਿਆ ਮਨੁੱਖ 'ਚ ਤਰੰਗੀ ਸਥਿਰਤਾ ਪੈਦਾ ਕਰਦੀ ਹੈ, ਉਹਦੇ ਮਨ ਨੂੰ ਸ਼ਾਂਤ ਕਰ ਦਿੰਦੀ ਹੈ। ਪਰ ਜੇ ਠੀਕ ਢੰਗ ਦੀ ਨਾ ਹੋਵੇ ਤਾਂ ਇਹ ਮਨੁੱਖ 'ਚ ਤਰੰਗੀ ਅਸਥਿਰਤਾ ਅਤੇ ਅਸ਼ਾਂਤੀ ਦੇ ਪੈਦਾ ਹੋ ਜਾਣ ਦਾ ਇੱਕ ਵੱਡਾ ਕਾਰਨ ਬਣ ਜਾਂਦਾ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚਿਆਂ 'ਚ ਵੱਡੇ ਹੋ ਕੇ ਤਰੰਗੀ ਸਥਿਰਤਾ ਹੋਵੇ ਅਤੇ ਉਹ ਜੀਵਨ ਦੀਆਂ ਔਕੜਾਂ ਦਾ ਠੀਕ ਢੰਗ ਨਾਲ ਮੁਕਾਬਲਾ ਕਰ ਸਕਣ ਤਾਂ ਫਿਰ ਸਾਨੂੰ ਠੀਕ ਢੰਗ ਦੀ ਧਾਰਮਿਕ ਸਿੱਖਿਆ ਉਹਨਾਂ ਨੂੰ ਬਚਪਨ ਤੋਂ ਹੀ ਦੇਣੀ ਚਾਹੀਦੀ ਹੈ। ਜਿਸ ਵੇਲੇ ਮਨੁੱਖ ਆਪਣੀ ਇੱਛਾ ਪੂਰਨ ਹੁੰਦੀ ਨਹੀਂ ਵੇਖਦਾ ਉਹਨੂੰ ਉਹ ਤਕਲੀਫ ਕਹਿੰਦਾ ਹੈ, ਉਸ ਤੋਂ ਫਿਰ ਡਰਦਾ ਹੈ। ਇਹਦੇ ਨਾਲ ਹੀ ਜਿਸ ਚੀਜ਼ ਤੋਂ ਉਹਨੂੰ ਦਰਦ ਹੁੰਦੀ ਹੈ ਉਹਦਾ ਵੀ ਉਹ ਡਰ ਮਨਾਉਂਦਾ ਹੈ। ਇਸ ਡਰ ਪੈਦਾ ਕਰਨ ਵਾਲੀ ਹਾਲਤ ਨੂੰ ਉਹ ਯਾਦ ਕਰਕੇ ਅਤੇ ਫਿਰ ਆਉਣ ਵਾਲੇ ਹਾਲਾਤ ਵਿੱਚ ਉਹਦਾ ਖਿਆਲ ਇਮੈਜੀਨੇਸ਼ਨ ਕਰਕੇ ਉਹਦੀ ਚਿੰਤਾ ਕਰਦਾ ਹੈ। ਇਹ ਡਰ ਅਤੇ ਚਿੰਤਾ ਮਨੁੱਖ ਨਾਲ ਸਦਾ ਹੀ ਰਹੀ ਹੈ, ਸਦਾ ਰਹੇਗੀ। ਇਹ ਇਹਦੇ ਲਾਭ ਦੀ ਚੀਜ਼ ਹੈ ਕਿਉਂਕਿ ਜੇ ਉਹਨੂੰ ਡਰ ਅਤੇ ਚਿੰਤਾ ਨਾ ਹੋਵੇ ਤਾਂ ਆਪਣੇ ਆਪ ਨੂੰ ਨੁਕਸਾਨ ਕਰਨ ਵਾਲੀਆਂ ਹਾਲਾਤਾਂ ਤੋਂ ਨਹੀਂ ਬਚਾਏਗਾ, ਜਲਦੀ ਮਰ ਜਾਏਗਾ। ਸੁਘੜ ਸਿਆਣੇ ਜਿਹੜੇ ਮੈਚਿਓਰ ਆਦਮੀ ਹੁੰਦੇ ਹੈ, ਜਿਹੜੇ ਆਉਣ ਵਾਲੇ ਖਤਰਿਆਂ ਦਾ ਪਹਿਲੇ ਅਨੁਮਾਨ ਲਗਾ ਲੈਂਦੇ ਹੈ, ਉਹਨਾਂ ਨੂੰ
ਵੇਲੇ ਸਿਰ ਨਜਿੱਠਣ ਲਈ ਕਈ ਉਪਾਅ ਸੋਚਦੇ ਹੈ। ਅਜਿਹੇ ਲੋਕਾਂ ਨੂੰ ਦੂਰ ਅੰਦੇਸ਼ ਫਾਰ ਸਾਈਟਡ ਮਨੁੱਖ ਆਖਿਆ ਜਾਂਦਾ ਹੈ। ਡਰ ਤੇ ਚਿੰਤਾ ਮਨੁੱਖ ਨਾਲ ਹਮੇਸ਼ਾ ਰਹੀ ਹੈ, ਹਮੇਸ਼ਾ ਰਹੇਗੀ। ਵਕਤ ਤੇ ਹਾਲਾਤ ਨਾਲ ਡਰ ਤੇ ਚਿੰਤਾ ਦੀਆਂ ਹਾਲਤਾਂ ਵੀ ਬਦਲਦੀਆਂ ਰਹਿੰਦੀਆਂ। ਮਿਸਾਲ ਦੇ ਤੌਰ ਤੇ ਅੱਗੇ ਹਰ ਇਸਤਰੀ ਨੂੰ ਵਿਅਮ ਦਾ ਮਤਲਬ ਬੱਚਾ ਜੰਮਣ ਦੇ ਵਕਤ ਦਾ ਡਰ ਰਹਿੰਦਾ ਸੀ, ਕਿਉਂਕਿ ਬਹੁਤ ਇਸਤਰੀਆਂ ਦੀ ਅਜਿਹੇ ਵਕਤ 'ਚ ਮੌਤ ਹੋ ਜਾਂਦੀ ਸੀ। ਪਰ ਹੁਣ ਮਨੁੱਖ ਨੇ ਇਹਦਾ ਖਤਰਾ ਬਹੁਤ ਘਟਾ ਲਿਆ ਹੈ। ਇਸ ਤਰ੍ਹਾਂ ਅੱਜ ਕੱਲ੍ਹ ਦੇ ਸਮੇਂ ਮੌਤ ਦਾ ਖਤਰਾ ਬਹੁਤ ਘਟ ਗਿਆ ਹੈ, ਕਿਉਂਕਿ ਕਈ ਦੇਸ਼ਾਂ 'ਚ ਮਸ਼ੀਨਾਂ ਦੇ ਨਾਲ ਬਹੁਤ ਅੰਨ ਪੈਦਾ ਕੀਤਾ ਜਾਂਦਾ ਹੈ ਅਤੇ ਉਹਨਾਂ ਦੇਸ਼ਾਂ ਤੋਂ ਜਹਾਜ਼ਾਂ ਅਤੇ ਰੇਲਾਂ ਦੇ ਰਾਹੀਂ ਜਿੱਥੇ ਲੋੜ ਹੋਵੇ ਅੰਨ ਦਾਣਾ ਪਹੁੰਚਾ ਦਿੱਤਾ ਜਾਂਦਾ ਹੈ। ਇਹਦੇ ਨਾਲ ਕਈ ਤਰ੍ਹਾਂ ਦੇ ਹੋਰ ਡਰ ਅਤੇ ਚਿੰਤਾ ਪੈਦਾ ਹੁੰਦੇ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ਕਈ ਅਜਿਹੀਆਂ ਬਿਮਾਰੀਆਂ ਜਿਨ੍ਹਾਂ ਦੀ ਚਿੰਤਾ ਦੇ ਡਰ ਮਨੁੱਖ ਨੂੰ ਬਹੁਤ ਰਹਿੰਦਾ ਹੈ। ਮਨੁੱਖ ਨੇ ਆਪਣੇ ਆਰਾਮ ਅਤੇ ਸੁੱਖ ਲਈ ਬਹੁਤ ਕੁਝ ਬਣਾ ਲਿਆ ਹੈ। ਇਹਨਾਂ ਆਰਾਮ ਦੀਆਂ ਚੀਜ਼ਾਂ ਨੂੰ ਉਹ ਬਚਪਨ ਤੋਂ ਹੀ ਦੇਖਦਾ ਅਤੇ ਸੁਣਦਾ ਆ ਰਿਹਾ। ਇਹਨਾਂ ਨੂੰ ਹਾਸਲ ਕਰਨ ਲਈ ਉਹ ਯਤਨ ਕਰਦਾ ਹੈ, ਪਰ ਜਦ ਉਹਨੂੰ ਨਹੀਂ ਮਿਲਦੀਆਂ ਤਾਂ ਉਸ 'ਚ ਡਰ ਅਤੇ ਚਿੰਤਾ ਆ ਜਾਂਦੀ ਹੈ। ਮਨੁੱਖ ਆਪਣੇ ਵਾਸਤੇ ਉੱਚੇ ਨੇਮ ਮਤਲਬ ਗੋਲਜ਼ ਬਣਾ ਲੈਂਦਾ ਹੈ, ਉਹਨਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਜਦੋਂ ਚੱਲ ਨਹੀਂ ਸਕਦਾ ਜਾਂ ਚਲਦਿਆਂ ਡਿੱਗ ਜਾਂਦਾ ਹੈ, ਫਿਰ ਉਹ ਚਿੰਤਾ ਕਰਨ ਲੱਗ ਜਾਂਦਾ ਹੈ, ਦੁਖੀ ਅਤੇ ਉਦਾਸ ਹੁੰਦਾ ਹੈ। ਜਿਸ ਸਮੇਂ ਤੋਂ ਮਨੁੱਖੀ ਇਤਿਹਾਸ ਦਾ ਪਤਾ ਲੱਗਦਾ ਹੈ, ਉਸ 'ਚ ਇਹ ਗੱਲ ਸਾਫ਼ ਜ਼ਾਹਿਰ ਹੈ ਕਿ ਮਨੁੱਖ ਨੇ ਇਸ ਡਰ ਨੂੰ ਹਟਾਉਣ ਵਾਸਤੇ ਕਈ ਇੱਕ ਖਾਸ ਵਿਚਾਰ ਬਣਾਏ। ਇਹਨਾਂ ਵਿਚਾਰਾਂ ਨੂੰ ਉਹਨੇ ਧਰਮ ਦਾ ਨਾਂ ਦਿੱਤਾ। ਵੱਖ-ਵੱਖ ਦੇਸ਼ਾਂ ਅਤੇ ਸਮਾਜਾਂ 'ਚ ਵੱਖ-ਵੱਖ ਧਰਮ ਦੇ ਵਿਚਾਰ ਅਤੇ ਅਮਲ ਬਣ ਗਏ, ਪਰ ਇਹਨਾਂ ਸਾਰਿਆਂ ਦਾ ਉਦੇਸ਼ ਮਤਲਬ ਗੋਲ ਇਹ ਹੈ ਕਿ ਜੀਵਨ ਵਿੱਚ ਸਦਾ ਰਹਿਣ ਵਾਲੇ ਡਰ ਅਤੇ ਚਿੰਤਾ ਤੋਂ ਮਨੁੱਖ ਘੱਟ ਘਬਰਾਏ। ਇਸੇ ਤਰ੍ਹਾਂ ਸਭ ਧਰਮਾਂ ਦੇ ਬੁਨਿਆਦੀ ਨੇਮ ਵੀ ਇੱਕੋ ਹੀ ਹੈ, ਜਿਨ੍ਹਾਂ ਨੂੰ ਅਸੀਂ ਹੇਠਾਂ ਲਿਖਦੇ ਹਾਂ। ਪਹਿਲਾ, ਸਾਰੇ ਸੰਸਾਰ 'ਚ ਜੋ ਕੁਝ ਹੋ ਰਿਹਾ ਉਹਨੂੰ ਚਲਾਉਣ ਵਾਲੀ ਸ਼ਕਤੀ ਇੱਕੋ ਹੀ ਹੈ। ਇਹਨੂੰ ਮਨੁੱਖ ਨੇ ਭਗਵਾਨ, ਪਰਮਾਤਮਾ, ਈਸ਼ਵਰ, ਅੱਲਾ, ਰਾਮ, ਵਾਹਿਗੁਰੂ ਆਦਿ ਦੇ ਵੱਖ-ਵੱਖ ਨਾਂ ਦਿੱਤੇ ਹੈ। ਦੂਸਰਾ, ਇਨਸਾਨ ਦੇ ਕਰਮਾਂ ਦਾ ਹਿਸਾਬ ਭਗਵਾਨ ਰੱਖਦਾ ਹੈ ਅਤੇ ਉਹਦਾ ਫਲ ਦਿੰਦਾ ਹੈ, ਜਿਹਨੂੰ ਆਮ ਜ਼ਬਾਨ 'ਚ ਕਰਮਗਤੀ ਜਾਂ ਕਰਮਾਂ ਦਾ ਫਲ ਕਿਹਾ ਜਾਂਦਾ ਹੈ। ਤੀਸਰਾ, ਮਨੁੱਖ ਜਾਤੀ ਲਈ ਸਭ ਧਰਮਾਂ ਨੇ ਅਜਿਹੇ ਨੇਮ ਦੱਸੇ ਹੈ ਜਿਨ੍ਹਾਂ 'ਤੇ ਚੱਲਣ ਨਾਲ ਉਹ ਆਪਸ 'ਚ ਰਲ ਮਿਲ ਕੇ ਰਹਿਣ ਅਤੇ ਕਲੇਸ਼ ਪੈਦਾ ਨਾ ਕਰਨ। ਧਰਮ ਸਾਨੂੰ ਸਿਖਾਉਂਦੇ ਹੈ ਕਿ ਜੋ ਵੀ ਸੰਸਾਰ 'ਚ ਹੁੰਦਾ ਹੈ ਸਭ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਹੈ। ਇਸ ਲਈ ਜੋ ਕੁਝ ਵੀ ਸਾਡੇ ਨਾਲ ਗੁਜ਼ਰੇ ਉਸ 'ਤੇ ਸਾਨੂੰ ਦੁਖੀ ਨਹੀਂ ਹੋਣਾ ਚਾਹੀਦਾ, ਕਿਉਂਕਿ ਪਰਮਾਤਮਾ ਕਿਸੇ ਦਾ ਬੁਰਾ ਨਹੀਂ ਕਰਦਾ, ਉਹ ਸਭ ਦਾ ਭਲਾ ਹੀ ਕਰਦਾ ਹੈ। ਜੋ ਦੁੱਖ ਤਕਲੀਫਾਂ ਸਾਡੇ 'ਤੇ ਆਉਂਦੀਆਂ ਉਹ ਸਾਨੂੰ ਮਾੜੇ ਕੰਮਾਂ ਤੋਂ ਖਬਰਦਾਰ ਕਰਨ ਵਾਸਤੇ ਹੁੰਦੀਆਂ। ਅਸੀਂ ਉਹਨਾਂ ਤੋਂ ਖਬਰਦਾਰ ਹੋ ਕੇ ਆਪਣਾ ਭਲਾ ਕਰ ਸਕਦੇ ਹਾਂ। ਇਹਦੇ ਨਾਲ ਇਹ ਵੀ ਦੱਸਿਆ ਗਿਆ ਕਿ ਈਸ਼ਵਰ ਹਰ ਥਾਂ 'ਤੇ ਮੌਜੂਦ ਹੈ, ਸਰਵ ਵਿਆਪਕ ਮਤਲਬ ਓਮਨੀ ਪ੍ਰੈਜ਼ੈਂਟ ਹੈ ਅਤੇ ਜਾਣੀ ਜਾਣ ਹੈ। ਉਸ ਤੋਂ ਅਸੀਂ ਕੋਈ ਚੀਜ਼ ਛੁਪਾ ਨਹੀਂ ਸਕਦੇ। ਇਸ ਲਈ ਕਿਸੇ ਓਹਲੇ ਜਾਂ ਪਰਦੇ ਪਿੱਛੇ ਵੀ ਸਾਨੂੰ ਕੋਈ ਬੁਰਾਈ ਨਹੀਂ ਕਰਨੀ ਚਾਹੀਦੀ। ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਰੱਖਦਾ ਅਤੇ ਉਹਦੇ ਅਨੁਸਾਰ ਸਾਨੂੰ ਫਲ ਦਿੰਦਾ ਹੈ। ਦੂਸਰੀ ਗੱਲ, ਧਰਮ ਇਹ ਸਿਖਾਉਂਦੇ ਹੈ ਕਿ ਅਸੀਂ ਸਾਰੇ ਇੱਕੋ ਮਹਾਂਪਿਤਾ ਦੀ ਸੰਤਾਨ ਹਾਂ। ਇਸ ਲਈ ਸਾਰੇ ਸੰਸਾਰ ਨਾਲ ਸਾਡਾ ਭੈਣ ਭਾਈ ਦਾ ਰਿਸ਼ਤਾ ਹੈ। ਅਸੀਂ ਹਰ ਇੱਕ ਨੂੰ ਭੈਣ ਭਾਈ ਦੀ ਨਜ਼ਰ ਨਾਲ ਵੇਖੀਏ, ਕਿਸੇ ਨਾਲ ਨਫ਼ਰਤ ਨਾ ਕਰੀਏ, ਕਿਸੇ ਨੂੰ ਦੁੱਖ ਨਾ ਦਈਏ, ਕਿਸੇ ਨਾਲ ਦੁਵੈਸ਼ ਜਾਂ ਦੁਸ਼ਮਣੀ ਨਾ ਰੱਖੀਏ, ਨਾ ਕਿਸੇ ਤੋਂ ਡਰੀਏ, ਨਾ ਕਿਸੇ ਨੂੰ ਡਰਾਈਏ। ਇਸੇ ਲਈ ਦੂਸਰਿਆਂ ਦੀ ਨਿਸ਼ਕਾਮ ਸੇਵਾ ਸਭ ਤੋਂ ਵੱਡਾ ਧਰਮ ਦਾ ਮਾਰਗ ਦੱਸਿਆ ਗਿਆ। ਕਈ ਲੋਕ ਇਹ ਸਮਝਦੇ ਆ ਕਿ ਰੱਬ ਦਾ ਨਾਂ ਲੈਣਾ ਹੀ ਵੱਡਾ ਧਰਮ ਹੈ ਜਾਂ ਵੱਡੀ ਈਸ਼ਵਰ ਭਗਤੀ ਹੈ। ਇਹ ਗੱਲ ਸਭ ਤੋਂ ਵੱਡੀ ਭੁੱਲ ਹੈ। ਭਗਤ ਉਹ ਨਹੀਂ ਜਿਹੜਾ ਈਸ਼ਵਰ ਦਾ ਨਾਂ ਬਹੁਤ ਰੱਟਦਾ ਹੈ ਜਾਂ ਉਹਦੀ ਤਾਰੀਫ ਬਹੁਤ ਕਰਦਾ ਹੈ, ਉਹ ਹੈ ਜਿਹੜਾ ਉਹਦੇ ਗੁਣਾਂ ਨੂੰ ਆਪਣੇ ਅੰਦਰ ਆਪਣੀ ਸਮਰੱਥਾ ਦੇ ਅਨੁਸਾਰ ਅਪਣਾਵੇ, ਭਾਵ ਉਹਨਾਂ 'ਤੇ ਅਮਲ ਕਰੇ। ਗਾਂਧੀ ਭਗਤ ਉਹ ਨਹੀਂ ਜਿਹੜਾ ਗਾਂਧੀ ਦਾ ਨਾਂ ਹਰ ਘੜੀ ਲੈਂਦਾ ਹੈ। ਗਾਂਧੀ ਭਗਤ ਉਹ ਹੈ ਜਿਹੜਾ ਗਾਂਧੀ ਦੀ ਸਿੱਖਿਆ ਨੂੰ ਆਪਣੇ ਅਮਲ 'ਚ ਲਿਆਵੇ। ਈਸ਼ਵਰ ਭਗਤੀ ਦਾ ਦੂਜਾ ਪਹਿਲੂ ਇਹ ਹੈ ਕਿ ਜਿਸ ਤਰ੍ਹਾਂ ਕਿਸੇ ਮਨੁੱਖ ਦੇ ਬੱਚਿਆਂ ਨੂੰ ਜੇ ਅਸੀਂ ਪਿਆਰ ਕਰੀਏ, ਖੁਸ਼ ਰੱਖੀਏ, ਫਿਰ ਉਹ ਮਨੁੱਖ ਆਪਣੇ ਆਪ ਹੀ ਸਾਡੇ ਵੱਲ ਖਿੱਚਿਆ ਹੁੰਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਬੱਚਿਆਂ, ਆਮ ਲੋਕਾਂ ਦੀ ਸੇਵਾ ਕਰਨਾ, ਪਰਮਾਤਮਾ ਦੀ ਉਸਤਤੀ ਕਰਨਾ, ਉਹਨੂੰ ਪ੍ਰਾਪਤ ਕਰਨਾ ਹੈ। ਧਰਮ ਨੂੰ ਤਾਂ ਅਸੀਂ ਸਾਰੇ ਮੰਨਦੇ ਹਾਂ, ਮਸਜਿਦ, ਮੰਦਰ, ਗਿਰਜਾ ਘਰ ਅਤੇ ਗੁਰਦੁਆਰੇ ਵੀ ਜਾਂਦੇ ਹੋਵਾਂਗੇ, ਪਰ ਅਸੀਂ ਕਦੇ ਇਹ ਨਹੀਂ ਮੰਨਿਆ ਕਿ ਈਸ਼ਵਰ ਜੋ ਕੁਝ ਕਰਦਾ ਹੈ ਸਾਡੇ ਭਲੇ ਲਈ ਕਰਦਾ ਹੈ। ਜੇ ਅਸੀਂ ਇਹ ਗੱਲ ਮੰਨੀਏ ਤਾਂ ਕਿਸੇ ਤਕਲੀਫ ਦੇ ਵੇਲੇ ਕਦੇ ਦੁਖੀ ਨਾ ਹੋਈਏ। ਸਿਵਾਏ ਮੌਤ ਦੇ ਅਸੀਂ ਕਿਸੇ ਦੁੱਖ ਨੂੰ ਵੀ ਈਸ਼ਵਰ ਦਾ ਭਾਣਾ ਨਹੀਂ ਮੰਨਦੇ।
ਇਹਦਾ ਨਤੀਜਾ ਇਹ ਹੁੰਦਾ ਹੈ ਕਿ ਮੌਤ ਦੇ ਕਾਰਨ ਹੋਏ ਵਿਯੋਗ ਨੂੰ ਤਾਂ ਅਸੀਂ ਬਰਦਾਸ਼ਤ ਕਰ ਲੈਂਦੇ ਹਾਂ, ਪਰ ਪੈਸੇ ਦੇ ਨੁਕਸਾਨ ਨੂੰ, ਤਰੱਕੀ ਨਾ ਮਿਲਣ ਨੂੰ, ਨੇਕਨਾਮੀ ਨਾ ਮਿਲਣ ਨੂੰ, ਔਲਾਦ ਦੇ ਨਲਾਇਕ ਨਿਕਲਣ ਨੂੰ ਅਸੀਂ ਈਸ਼ਵਰ ਦਾ ਭਾਣਾ ਨਹੀਂ ਮੰਨਦੇ ਤੇ ਦੁਖੀ ਹੁੰਦੇ ਹਾਂ। ਇੱਥੇ ਆਖਿਆ ਜਾ ਸਕਦਾ ਹੈ ਕਿ ਜੇ ਹਰ ਗੱਲ 'ਚ ਰੱਬ ਦੇ ਭਾਣੇ ਨੂੰ ਹੀ ਮੰਨਣਾ ਹੈ ਤੇ ਫਿਰ ਕੰਮ ਜਾਂ ਮਿਹਨਤ ਕਰਨ ਦੀ ਕੀ ਲੋੜ ਹੈ। ਹੋਣਾ ਤਾਂ ਉਹ ਕੁਝ ਹੈ ਜੋ ਈਸ਼ਵਰ ਨੂੰ ਮਨਜ਼ੂਰ ਹੈ, ਪਰ ਇਹ ਵਿਚਾਰ ਠੀਕ ਨਹੀਂ ਹੈ, ਕਿਉਂਕਿ ਕੰਮ ਕਰਨਾ, ਮਿਹਨਤ ਕਰਨਾ ਜੀਵ ਦਾ ਇੱਕ ਗੁਣ ਹੈ। ਮਨੁੱਖ ਨੂੰ ਸਭ ਜੀਵਾਂ ਤੋਂ ਵਧੇਰੇ ਅਕਲ, ਵਧੇਰੇ ਹੁਨਰ, ਵਧੇਰੇ ਤਰੰਗੀ ਸ਼ਕਤੀ, ਇਮੋਸ਼ਨਲ ਪਾਵਰ ਮਿਲੀ ਹੈ ਤਾਂ ਕਿ ਉਹ ਇਹਨਾਂ ਦੀ ਵਰਤੋਂ ਕਰੇ ਤੇ ਦੂਸਰਿਆਂ ਦੇ ਨਾਲ ਵਿਚਾਰ ਕਰਕੇ ਉਹਨਾਂ ਦੀ ਸਫਲਤਾ ਤੇ ਅਸਫਲਤਾ ਤੋਂ ਸਿੱਖਿਆ ਗ੍ਰਹਿਣ ਕਰੇ। ਇਸ ਪਿੱਛੋਂ ਫਲ ਈਸ਼ਵਰ ਦੀ ਮਰਜ਼ੀ ਤੇ ਛੱਡ ਦੇਵੇ ਤੇ ਜੋ ਮਿਲੇ ਉਹਨੂੰ ਬਹੁਤ ਕੁਝ ਸਮਝ ਕੇ ਪ੍ਰਵਾਨ ਕਰੇ। ਇਹਨੂੰ ਈਸ਼ਵਰ ਜਾਂ ਵਾਹਿਗੁਰੂ ਦੇ ਭਾਣੇ 'ਚ ਸੰਤੋਖ ਕਰਨਾ ਆਖਦੇ ਹੈ। ਇਸੇ ਸੰਤੋਖ ਨਾਲ ਹੀ ਮਨੁੱਖ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਮਨੁੱਖ ਪੜ੍ਹ ਲਿਖ ਕੇ ਜਾਂ ਆਪਣੇ ਕੰਮ ਕਾਜ 'ਚ ਬਹੁਤ ਸਾਰੀ ਸਫਲਤਾ ਪ੍ਰਾਪਤ ਕਰਕੇ ਜਾਂ ਬਹੁਤ ਸਾਰਾ ਰੁਪਇਆ ਪੈਸਾ ਕਮਾ ਕੇ ਇਹ ਨਾ ਸਮਝ ਬੈਠੇ ਵੀ ਉਹ ਸਿਆਣਾ ਹੋ ਗਿਆ ਤੇ ਹੁਣ ਕੋਈ ਗਲਤੀ ਨਹੀਂ ਕਰ ਸਕਦਾ। ਮਨੁੱਖ ਕਦੇ ਵੀ ਸਾਰੇ ਸੰਸਾਰ ਨੂੰ ਸਮਝ ਨਹੀਂ ਸਕਦਾ, ਉਹ ਕੇਵਲ ਬਹੁਤ ਥੋੜ੍ਹੀਆਂ ਚੀਜ਼ਾਂ ਨੂੰ ਸਮਝਦਾ ਹੈ। ਅੱਜ ਤੋਂ 300 ਸਾਲ ਪਹਿਲਾਂ ਉਸ ਵੇਲੇ ਦੇ ਮਹਾਨ ਵਿਦਵਾਨ ਨਿਊਟਨ ਨੇ ਕਿਹਾ ਸੀ, ਮੈਂ ਗਿਆਨ ਦੇ ਵਿਸ਼ਾਲ ਸਮੁੰਦਰ ਦੇ ਕਿਨਾਰੇ ਬੈਠਾ ਹੋਇਆ ਛੋਟੇ-ਛੋਟੇ ਪੱਥਰਾਂ ਨਾਲ ਖੇਡਦਾ ਇੱਕ ਬੱਚੇ ਦੀ ਤਰ੍ਹਾਂ। ਇਸੇ ਤਰ੍ਹਾਂ ਮਨੁੱਖ ਸਦਾ ਥੋੜ੍ਹੀ ਅਕਲ ਵਾਲਾ ਹੈ, ਬਹੁਤ ਸਾਰੀਆਂ ਚੀਜ਼ਾਂ ਉਹਦੀ ਸਮਝ ਤੋਂ ਬਾਹਰ ਹੈ, ਇਸ ਲਈ ਉਸ ਕੋਲੋਂ ਭੁੱਲਾਂ ਹੋ ਜਾਂਦੀਆਂ। ਡਰ, ਭੈ, ਚਿੰਤਾ ਵੀ ਉਹਨੂੰ ਲੱਗ ਜਾਂਦੀ ਹੈ, ਪਰ ਉਹਨੂੰ ਇਹਨਾਂ ਦੇ ਕਾਰਨ ਦੁੱਖ ਨਹੀਂ ਮਨਾਉਣਾ ਚਾਹੀਦਾ। ਉਹ ਇਹ ਸੋਚੇ ਕਿ ਭੁੱਲਾਂ ਤੇ ਤਰੁੱਟੀਆਂ ਜੀਵਨ ਦੀਆਂ ਜ਼ਰੂਰੀ ਚੀਜ਼ਾਂ ਹੈ, ਜਿਨ੍ਹਾਂ ਰਾਹੀਂ ਭਗਵਾਨ ਸਾਨੂੰ ਸਿੱਖਿਆ ਦਿੰਦੇ ਹੈ। ਜੋ ਕੰਮ ਵੀ ਅਸੀਂ ਕਰੀਏ ਆਪਣੀ ਅਕਲ ਤੇ ਮਿਹਨਤ ਨਾਲ ਤੇ ਦੂਜਿਆਂ ਦੀ ਸਲਾਹ ਨਾਲ ਕਰੀਏ, ਇਹਦਾ ਫਲ ਜੋ ਭਗਵਾਨ ਸਾਡੇ ਵਾਸਤੇ ਚੰਗਾ ਸਮਝੇਗਾ ਉਹਨੂੰ ਸਾਨੂੰ ਸ਼ਾਂਤੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਉਸ ਵਿੱਚ ਦੁੱਖ ਨਹੀਂ ਸਮਝਣਾ ਚਾਹੀਦਾ। ਇਹ ਨਹੀਂ ਆਖਣਾ ਕਿ ਦੂਜਿਆਂ ਨੂੰ ਜ਼ਿਆਦਾ ਮਿਲਿਆ, ਮੈਨੂੰ ਘੱਟ। ਆਪਣੇ ਤੋਂ ਵਧੇਰੇ ਦੁਖੀਆਂ ਨੂੰ ਵੇਖ ਕੇ ਮਨੁੱਖ ਸ਼ੁਕਰ ਕਰੇ ਕਿ ਕਈ ਲੋਕਾਂ ਤੋਂ ਫਿਰ ਵੀ ਉਹ ਚੰਗਾ ਹੈ। ਇਸੇ ਤਰ੍ਹਾਂ ਜਿਸ ਵੇਲੇ ਮਨੁੱਖ ਨੂੰ ਕੁਝ ਨਹੀਂ ਔੜਦਾ, ਉਹ ਭਗਵਾਨ ਅੱਗੇ ਪ੍ਰਾਰਥਨਾ ਕਰਦਾ ਹੈ, ਪੁਕਾਰਦਾ ਹੈ। ਉਹਨੂੰ ਇਹ ਖਿਆਲ ਆਉਂਦਾ ਹੈ ਕਿ ਜਿਸ ਅਕਾਲ ਪੁਰਖ ਵਿੱਚ ਕੁੱਲ ਤਾਕਤਾਂ ਹਨ, ਆਲ ਪਾਵਰਫੁਲ, ਉਹਦੀ ਸੇਵਾ ਵਿੱਚ ਬੇਨਤੀ ਕਰ ਦਿੱਤੀ ਹੈ, ਅੱਗੇ ਜੋ ਉਹਦੀ ਮਰਜ਼ੀ ਹੈ ਕਰੇ। ਫਿਰ ਮਨੁੱਖ ਆਪਣੇ ਮਨ 'ਚ ਆਖਦਾ ਹੈ ਕਿ ਉਹਨੇ ਸਭ ਤੋਂ ਵੱਡੀ ਕਚਹਿਰੀ ਵਿੱਚ ਵੀ ਆਪਣੀ ਦਰਖਾਸਤ ਸੁਣਾ ਦਿੱਤੀ ਹੈ। ਇਹਨਾਂ ਵਿਚਾਰਾਂ ਨਾਲ ਉਹਦੇ ਡੋਲਦੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਧਰਮ ਦੀ ਅਸਲੀ ਸਿੱਖਿਆ ਜਿਹਦਾ ਸਾਰ ਉੱਪਰ ਦੇ ਦਿੱਤਾ ਗਿਆ, ਮਹਾਰਾਜ ਕ੍ਰਿਸ਼ਨ ਨੇ ਘਬਰਾਏ ਹੋਏ ਅਰਜਨ ਨੂੰ ਦਿੱਤੀ ਸੀ, ਇਹੋ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਦਿੱਤੀ ਗਈ ਹੈ। ਇਸ 'ਤੇ ਅਮਲ ਕਰਨ ਨਾਲ ਕੇਵਲ ਮੌਤ, ਦਰਦ ਤੇ ਮੁਸੀਬਤ ਦਾ ਡਰ ਹੀ ਮਿਟ ਨਹੀਂ ਜਾਂਦਾ, ਬਲਕਿ ਮਨੁੱਖ ਦੂਸਰਿਆਂ ਦਾ ਭਲਾ ਮੰਗਣ ਵਾਲਾ ਤੇ ਸੇਵਾ ਕਰਨ ਵਾਲਾ ਪ੍ਰੇਮੀ ਬਣ ਜਾਂਦਾ ਹੈ। ਇਹਦੇ ਕਾਰਨ ਜੀਵਨ ਉਹਨੂੰ ਬਹੁਤ ਮਿੱਠਾ ਲੱਗਦਾ ਹੈ। ਸਾਰੇ ਦੁੱਖ ਮਿਟ ਤਾਂ ਨਹੀਂ ਜਾਂਦੇ, ਪਰ ਇਹਨਾਂ ਤੋਂ ਉਹਨੂੰ ਡਰ, ਘਬਰਾਹਟ ਤੇ ਚਿੰਤਾ ਪੈਦਾ ਨਹੀਂ ਹੁੰਦੀ। ਕੁਝ ਤਕਲੀਫਾਂ ਨੂੰ ਉਹ ਸਹਾਰ ਲੈਂਦਾ ਹੈ ਤੇ ਬਾਕੀ ਦੀਆਂ ਨੂੰ ਉਹ ਮਿਹਨਤ ਤੇ ਸ਼ਾਂਤੀ ਨਾਲ ਮਿਟਾ ਦਿੰਦਾ ਹੈ। ਇਹ ਸਭ ਕੁਝ ਲਿਖਣ ਦਾ ਸੰਖੇਪ ਭਾਵ ਇਹ ਹੈ ਕਿ ਅਸਲ ਧਰਮ ਨੂੰ ਠੀਕ ਤਰ੍ਹਾਂ ਸਮਝਣ ਨਾਲ ਤੇ ਉੱਤੇ ਅਮਲ ਕਰਨ ਨਾਲ ਮਨੁੱਖ ਨੂੰ ਸ਼ਾਂਤੀ ਤੇ ਤਰੰਗੀ ਸਥਿਰਤਾ, ਇਮੋਸ਼ਨਲ ਸਟੇਬਿਲਿਟੀ ਮਿਲਦੀ ਹੈ। ਕਾਂਡ ਦੀਆਂ ਯਾਦ ਰੱਖਣ ਵਾਲੀਆਂ ਜ਼ਰੂਰੀ ਗੱਲਾਂ। ਤਰੰਗਾਂ ਦੋ ਕਿਸਮ ਦੀਆਂ ਹੁੰਦੀਆਂ ਹੈ, ਪਹਿਲੀ ਸਤਹੀ ਜਾਂ ਉੱਪਰ ਦੀਆਂ ਤੇ ਦੂਸਰੀਆਂ ਬੁਨਿਆਦੀ। ਦੂਸਰਾ, ਮਨੁੱਖ ਦਾ ਜੀਵਨ ਉਸ ਤਰ੍ਹਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਦੀਆਂ ਉਹਦੀਆਂ ਤਰੰਗਾਂ ਹੁੰਦੀਆਂ। ਚੰਗੀਆਂ ਤਰੰਗਾਂ ਪ੍ਰਸੰਨ ਜੀਵਨ, ਭੈੜੀਆਂ ਤਰੰਗਾਂ ਦੁਖੀ ਜੀਵਨ। ਤੀਸਰਾ, ਆਮ ਤੌਰ 'ਤੇ ਚਿੰਤਾ ਦਾ ਕਾਰਨ ਨਿੱਕੀਆਂ-ਨਿੱਕੀਆਂ ਗੱਲਾਂ, ਮਾੜੀਆਂ-ਮਾੜੀਆਂ ਘਰੇਲੂ ਉਲਝਣਾਂ, ਵਿਅਰਥ ਤੇ ਅਗੇਤਰੇ ਡਰ ਤੇ ਫਿਕਰ ਹੁੰਦੇ ਹਨ। ਚੌਥਾ, ਜੀਵਨ ਦੀਆਂ ਹਰ ਰੋਜ਼ ਦੀਆਂ ਔਕੜਾਂ ਦਾ ਸਬਰ, ਸੰਤੋਖ, ਹਿੰਮਤ, ਨਿਸ਼ਚੇ ਤੇ ਖੁਸ਼ੀ ਨਾਲ ਟਾਕਰਾ ਕਰਨ ਨੂੰ ਤਰੰਗੀ ਸਥਿਰਤਾ ਕਹਿੰਦੇ ਹੈ। ਪੰਜਵਾਂ, ਜੀਵਨ ਦੀਆਂ ਹਰ ਰੋਜ਼ ਦੀਆਂ ਔਕੜਾਂ ਦਾ ਡਰ, ਫਿਕਰ ਤੇ ਨਿਰਾਸ਼ਾ ਨਾਲ ਟਾਕਰਾ ਕਰਨ ਨੂੰ ਤਰੰਗੀ ਅਸਥਿਰਤਾ ਕਹਿੰਦੇ ਹੈ। ਛੇਵਾਂ, ਤਰੰਗੀ ਅਸਥਿਰਤਾ ਦੇ ਪੈਦਾ ਹੋਣ 'ਚ ਹੇਠ ਲਿਖੇ ਵਾਤਾਵਰਨ ਦਾ ਕਾਫੀ ਪ੍ਰਭਾਵ ਪੈਂਦਾ ਹੈ। ਘਰ ਦਾ ਪ੍ਰਭਾਵ, ਮਿੱਤਰਾਂ ਦਾ ਪ੍ਰਭਾਵ, ਸਕੂਲਾਂ ਕਾਲਜਾਂ ਦਾ ਪ੍ਰਭਾਵ, ਧਰਮ ਦਾ ਪ੍ਰਭਾਵ। ਤੇ ਅਗਲਾ ਹੈ, ਠੀਕ ਢੰਗ ਦੀ ਧਾਰਮਿਕ ਸਿੱਖਿਆ ਤਰੰਗੀ ਸਥਿਰਤਾ ਪੈਦਾ ਕਰਦੀ ਹੈ। ਧੰਨਵਾਦ।